कदे औरत मोए पति संग सती, कदे औरत अपनी इज्जत बचाउण लई जुल्म सहंदी आई, कदे औरत अपना घर बचाउण लई चुप रहिंदी रही। औरतां दी जिंदगी पहलां नालों ईजी होई है। अपना अकेले घूम सकती हैं, फिर सकती हैं, पर लोगों की जो मेंस की अभी भी जो एक सोच है वो नहीं बदली लेडीज़ के लिए। हम चाहते हैं कि हमें पूरी फ्रीडम मिले। विमेंस डे ते मैं पूछना चाहनी हूं थोड़ी लाइफ च सब तो इंपॉर्टेंट वुमेन कौन? वुमेन को सपोर्ट करना चाहिए एजुकेशन के थ्रू, और हाउस होल्ड चीज़ों के लिए नहीं होनी चाहिए वुमेन्स, उनको फ्रीडम होनी चाहिए अपनी। ਵਾਈਫ ਤੇ ਬੇਟੀ ਨੂੰ ਹੁਣ ਵਿਮਨਸ ਡੇ ਤੇ ਜੇ ਕੁਝ ਲੈ ਕੇ ਦੇਣਾ ਹੋਵੇ ਕੀ ਲੈ ਕੇ ਦਿਓ? ਉਹਨਾਂ ਦੀ ਮੰਗ ਹੈ, ਜੋ ਕਹਿਣਗੇ ਉਹ ਲੈਣਾ ਪੈਣਾ, ਲੈ ਕੇ ਦੇਣਾ ਪੈਣਾ। सरकार सही होगी तो महिला दिवस का भी जो है मान सम्मान होगा। ਸਰਕਾਰ ਦੇ ਇੰਨੇ ਲੀਡਰਸ ਹੋਏ ਆ, ਇੰਨੇ ਜਾਣੇ ਆ, ਕਈ ਮਹਿਲਾਵਾਂ ਵੀ ਅੱਗੇ ਆਈਆਂ। ਤੁਹਾਨੂੰ ਲੱਗਦਾ ਉਹਨਾਂ ਦੇ ਅੱਗੇ ਆਉਣ ਨਾਲ ਔਰਤਾਂ ਦੀ ਜ਼ਿੰਦਗੀ 'ਚ ਕੋਈ ਫਰਕ ਪਿਆ? ਕੁਛ ਨਹੀਂ ਫਰਕ ਪੈਂਦਾ ਉਹਨਾਂ ਦੇ ਹਿਸਾਬ ਨਾਲ, ਉਹ ਸਾਰਾ ਆਪਣਾ ਹੀ ਘਰ ਭਰਦੇ ਆ। ਮਿਨਿਸਟਰ ਬਣ ਜਾਊਗਾ ਜਾਂ ਅਫਸਰ ਬਣ ਜਾਊਗਾ, ਆਪਣੇ ਸੋਚਦਾ ਪਹਿਲੇ। ਜੇ ਇਹ ਹੋ ਜਾਵੇ ਸਿਸਟਮ ਵਧੀਆ, ਫਿਰ ਕਿਸੇ ਨੂੰ ਲੋੜ ਹੀ ਨਾ ਪਵੇ। ਕਹਿ ਨਹੀਂ ਸਕਦੇ ਐਗਜ਼ੈਕਟਲੀ ਕਿ ਸੌਖੀ ਹੋਈ ਹੈ, ਕਿਉਂਕਿ ਹੁਣ ਡਿਊਲ ਜੌਬਸ ਹੋ ਗਈਆਂ ਉਹਨਾਂ ਦੀਆਂ, ਇੱਕ ਘਰ ਦਾ ਵੀ ਸੰਭਾਲਣਾ ਤੇ ਬਾਹਰ ਦਾ ਵੀ ਸੰਭਾਲਣਾ। ਇਕੁਐਲਿਟੀ ਜੇ ਅਗਰ ਸੇਮ ਜੌਬ ਕਰ ਰਿਹਾ ਔਰ ਸੇਮ ਲੇਬਰ ਕਰ ਰਿਹਾ ਤਾਂ ਫਿਰ ਤਾਂ ਸੇਮ ਹੀ ਹੋਣੀ ਚਾਹੀਦੀ ਹੈ। ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਨਾਰੀ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ। ਸਮੇਂ-ਸਮੇਂ ਤੇ ਵੱਖ-ਵੱਖ ਹਾਕਮਾਂ, ਪੀਰਾਂ, ਪੈਗੰਬਰਾਂ, ਗੁਰੂਆਂ ਨੇ ਨਾਰੀ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਯਤਨ ਕੀਤੇ ਆ, ਕਿਉਂਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਤੇ ਬੜੇ ਜ਼ੁਲਮ ਹੁੰਦੇ ਆਏ ਆ। ਕਦੇ ਔਰਤ ਮੋਏ ਪਤੀ ਸੰਗ ਸਤੀ, ਕਦੇ ਔਰਤ ਆਪਣੀ ਇੱਜ਼ਤ ਬਚਾਉਣ ਲਈ जुल्म सहंदी आई, कदे औरत अपना घर बचाउण लई चुप रहिंदी रही। अज असीं अमृतसर दे इत्थों दे लोकां नाल गलबात करदे हां, उन्हां तों पुछदे हां कि औरत दे हालातां बारे वो की कहणगे। आओ जी। सत श्री अकाल जी। तुहाडे वाइफ ने? हाँ जी, हाँ जी। मैं ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਔਰਤਾਂ ਤੋਂ ਤਾਂ ਹਰ ਕੋਈ ਅਕਸਰ ਹੀ ਪੁੱਛਦਾ, ਪਰ ਤੁਹਾਨੂੰ ਕੀ ਲੱਗਦਾ ਔਰਤਾਂ ਨੂੰ ਔਰਤਾਂ ਦੇ ਹੱਕ ਮਿਲੇ? ਦੇਖੋ ਜੀ, ਮੈਂ ਜਿੱਥੋਂ ਤੱਕ ਮੈਨੂੰ ਲੱਗਦਾ ਸੋਸਾਇਟੀ ਵਿੱਚ ਹੱਕ ਉਹਨਾਂ ਨੂੰ ਉਹਨਾਂ ਦੇ ਮੁਤਾਬਿਕ ਮਿਲ ਰਹੇ ਹੈ। ਠੀਕ ਹੈ, ਤੁਸੀਂ ਦੇਖ ਰਹੇ ਹੋ ਜੋਬ ਕਲਾਸ 'ਚ ਵੀ ਕਾਫੀ ਹੁਣ ਔਰਤਾਂ ਦਾ ਹੱਥ ਆ ਰਿਹਾ, ਅਤੇ ਬਾਕੀ ਚੀਜ਼ਾਂ 'ਚ ਵੀ ਤੁਸੀਂ ਉਹਨਾਂ ਨੂੰ ਨੋਟ ਕਰ ਸਕਦੇ ਹੋ। ਹੁਣ ਪੋਲੀਟੀਸ਼ਨ 'ਚ ਵੀ ਕਾਫੀ ਉਹਨਾਂ ਦਾ ਮਤਲਬ ਕਿ ਪੈਰ ਪੈ ਗਿਆ। ਤਾਂ ਠੀਕ ਹੈ, ਇਕੁਐਲਿਟੀ ਸੋਸਾਇਟੀ ਮਿਲ ਰਹੀ ਹੈ। ਹਾਂਜੀ। ਵਿਮਨਸ ਡੇ ਤੇ ਆਪਣੇ ਵਾਈਫ ਨੂੰ ਕੀ ਕਹਿਣਾ ਚਾਹੋਗੇ? ਵੂਮਨਸ ਡੇ 'ਤੇ ਮੈਨੂੰ ਕੋਈ ਗਿਫਟ ਨਹੀਂ ਦਿੱਤਾ। ਠੀਕ ਹੈ, ਅਤੇ ਅੱਜ ਤੱਕ ਨਹੀਂ ਦਿੱਤਾ ਜਾਂ ਦੇਣਾ ਕਿ ਨਹੀਂ? ਨਹੀਂ, ਮੈਂ ਕੰਜੂਸ ਹਾਂ थोड़ा सा। ਤੁਸੀਂ ਕੀ ਕਹੋਗੇ? नहीं, कंजूस मेरे अकॉर्डिंग तो नहीं है। वो बहुत केयरिंग है। हमारी एक डॉटर है, जबकि वो अपनी डॉटर के प्रति बहुत ज़्यादा केयरिंग है, और मेरे प्रति भी। कुछ मंगना तो दस दो। मुझे सब कुछ मिला हुआ है, क्या मांगने की ज़रूरत। एवरी डे मुझे सब कुछ मिलता है। ਕੀ ਨਾਮ ਹੈ ਤੁਹਾਡੇ ਬੇਬੀ ਦਾ? प्रिशा। प्रिशा। ਪ੍ਰਿਸ਼ਾ। ਬਹੁਤ ਪਿਆਰਾ ਬੇਬੀ ਹੈ ਤੁਹਾਡਾ। ਕੀ ਕਹਿਣਾ ਚਾਹੋਗੇ, ਜਿਵੇਂ ਕਈ ਲੋਕਾਂ ਨੂੰ ਐ ਹੁੰਦਾ ਕਿ ਸਾਡੇ ਬੇਟਾ ਹੋਵੇ ਤੇ ਤੁਹਾਡੇ ਬੇਟੀ? नहीं मैम, कोई फर्क नहीं गा हो। जिथे दो भरा होंगे वो भी तो बाद वक्रे हो जाते हैं। तो अजकल तो वैसे तो देख रहे हो लड़कियां भी कोई स्टेटस अपना बड़ा हो गया, कोई गेन कर ही रही है, कोई डॉक्टर, कोई ऑफिसर बन ही रही है, तो फिर कोई डिफरेंस तो है नहीं है। मुंडे भी तो बाहर चल जाते हैं, फॉरन जा रहे हैं, फ़र्क कितने है। पैदा हुई थी तो हमने तभी से सोचा हुआ है इसको गायनेकोलॉजी बनाना है। जब ਤੁਹਾਨੂੰ ਹੈ ਕਿ ਔਰਤਾਂ ਨੂੰ ਹੱਕ ਮਿਲ ਰਹੇ ਆ ਉਹਨਾਂ ਦੇ? नहीं, अभी पूरी तरीके से मुझे नहीं लगता सोसाइटी में मिल रहे हैं, बट थोड़ा इंडिया है तो टाइम लगेगा। तो पूरी तरीके से तो मुझे नहीं लगता अभी तक पूरे मिल रहे हैं, अभी टाइम लगेगा। ਇੱਦਾਂ ਦੀਆਂ ਚੀਜ਼ਾਂ ਹੋਰ ਕੀ ਚੀਜ਼ਾਂ ਚਾਹੀਦੀਆਂ ਔਰਤਾਂ? अभी भी सोसाइटी स्पेशली पंजाब में थोड़ा मतलब कोई जो
जो डेवलप नहीं है पूरी कंट्री, कपड़ों को लेकर अभी भी वो नज़रिया है, और कि मतलब पूरी तरीके से ओपन माइंडेड नहीं हुए हैं लोग। ਧੰਨਵਾਦ ਜੀ, ਥੈਂਕ ਯੂ। ਔਰਤਾਂ ਨੂੰ ਔਰਤਾਂ ਦੇ ਹੱਕ ਮਿਲ ਰਹੇ ਆ? ਮਿਲਦੇ ਵੀ ਆ, ਨਹੀਂ ਵੀ ਮਿਲਦੇ। ਹਾਂ, ਕਿਹੜੇ ਨਹੀਂ ਮਿਲਦੇ? ਹੁਣ ਉਹ ਤਾਂ ਆਪ ਹੀ ਅੱਗੇ ਆਣਗੇ ਤਾਂ ਫੇਰ ਹੀ ਮਿਲਣੇ ਉਹਨਾਂ ਨੂੰ, ਹੈ ਨਾ। ਉਹਨਾਂ ਨੂੰ ਪੁੱਛ ਲੈਂਦੇ ਆ, ਇਹ ਤੁਹਾਡੇ ਨਾਲ ਨੇ? ਪਹਿਲੇ ਨਾਲੋਂ ਤਾਂ ਫਰਕ ਹੈਗਾ। ਹਾਂਜੀ ਹਾਂਜੀ, ਪੁੱਛ ਲੈਂਦੇ ਆ। ਹਾਂਜੀ ਬੀਬੀ ਜੀ, ਤੁਸੀਂ ਦੱਸੋ। नहीं मिल रहा है हक तो वैसे हाँ पहले ना तो बहुत फर्क है कि चलो लेडीज़ अपने जिम्मेवारी समझती है, जॉब भी कर जाती है, बाहर जाती, घर का संभालती, सारे काम करती लेडीज़। पहले ना बहुत फर्क है। ਪਹਿਲਾਂ ਨਾਲੋਂ ਜ਼ਿੰਦਗੀ ਸੁਖਾਲੀ ਹੋਈ ਆ? आज खाली हुई है बहुत ज़्यादा। हाँ, ਮੈਂ ਅੰਕਲ ਤੁਹਾਨੂੰ ਪੁੱਛਣਾ ਚਾਹੁੰਦੀ ਆ, ਮਹਿਲਾ ਦਿਵਸ ਹੈ, ਵਿਮਨਸ ਡੇ ਤੇ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਖਾਸ ਔਰਤ ਕੌਣ ਨੇ? ਸਾਡੇ ਲਈ ਤੇ ਹੁਣ ਇਹੋ ਹੀ ਹੈ ਜੀ। ਹਾਂਜੀ ਤੇ ਕੀ ਗੱਲ, ਉਹਨਾਂ ਨੂੰ ਕੀ ਦੇਣਾ ਤੁਸੀਂ? ਸਾਰਾ ਕੁਝ ਇਹਨਾਂ ਦਾ ਹੀ ਆ, ਪਹਿਲੇ ਹੀ ਸਾਰਾ ਕੁਝ ਇਹਨਾਂ ਦਾ। ਹਾਂਜੀ, ਦੱਸੋ, ਕੁਝ ਮੰਗਣਾ ਤੁਸੀਂ? नहीं नहीं मैंने सब कुछ दिता है इन्होंने, बहुत एवं कही बहुत कृपा वाहिगुरू दी, सब कुछ मिले है। हाँ, किसी का कमी नहीं है। हाँ, ਅੰਕਲ ਇੱਕ ਹੋਰ ਗੱਲ ਮੈਂ ਪੁੱਛਣਾ ਚਾਹੁੰਦੀ ਆ, ਜਿਵੇਂ ਸਰਕਾਰ ਦੇ ਇੰਨੇ ਲੀਡਰਸ ਹੋਏ ਆ, ਇੰਨੇ ਜਾਣੇ ਆ, ਕਈ ਮਹਿਲਾਵਾਂ ਵੀ ਅੱਗੇ ਆਈਆਂ, ਤੁਹਾਨੂੰ ਲੱਗਦਾ ਉਹਨਾਂ ਦੇ ਅੱਗੇ ਆਉਣ ਨਾਲ ਔਰਤਾਂ ਦੀ ਜ਼ਿੰਦਗੀ 'ਚ ਕੋਈ ਫਰਕ ਪਿਆ? ਕੁਛ ਨਹੀਂ ਫਰਕ ਪੈਂਦਾ ਉਹਨਾਂ ਦੇ ਹਿਸਾਬ ਨਾਲ, ਉਹ ਸਾਰਾ ਆਪਣਾ ਹੀ ਘਰ ਭਰਦੇ ਆ। ਹਾਂਜੀ, ਜਿਹੜਾ ਵੀ ਮਿਨਿਸਟਰ ਬਣ ਜਾਊਗਾ ਜਾਂ ਅਫਸਰ ਬਣ ਜਾਊਗਾ ਆਪਣੇ ਸੋਚਦਾ ਪਹਿਲੇ। ਜੇ ਇਹ ਹੋ ਜਾਵੇ ਸਿਸਟਮ ਵਧੀਆ, ਫਿਰ ਕਿਸੇ ਨੂੰ ਲੋੜ ਹੀ ਨਾ ਪਵੇ। ਇਹ ਆ, ਕੀ ਬਦਲਾਅ ਚਾਹੀਦਾ ਤਾਂ ਕਿ ਉਹਨਾਂ ਦੀ ਜ਼ਿੰਦਗੀ ਹੋਰ ਪਹਿਲਾਂ ਨਾਲੋਂ ਬੈਟਰ ਹੋਵੇ? ਜਿੰਨੇ ਵੀ ਅਫਸਰ ਆ, ਜੋ ਬੇਰੁਜ਼ਗਾਰੀ ਵੀ ਕਾਫੀ ਆ, ਪਰ ਇਹ ਆਪਣੇ ਜਿਹੜਾ ਕੰਮ ਹੈ ਨਾ ਰੂਟੀਨ 'ਚ ਕਰੀ ਜਾਣ ਤੇ ਕਿਸੇ ਨੂੰ ਦਿੱਕਤ ਨਹੀਂ ਆਉਂਦੀ। ਬਸ ਇੰਨਾ ਕਿ ਧੰਨਵਾਦ ਜੀ। ਗੱਲ ਜੀ, ਇਹ ਤੁਹਾਡੇ ਮੈਸੇਜ ਹੈ? हाँ जी, ਇਹ ਤੁਹਾਡੀ ਬੇਟੀ? हाँ जी ਹਾਂਜੀ, ਵਿਮਨਸ ਡੇ ਤੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ? जी बहुत वधिया है जी। अपने लाइफ से इन्हों दे बड़े अहमियत दिंदियां जी विमेंस ਤੁਹਾਡੀ ਲਾਈਫ 'ਚ ਸਭ ਤੋਂ ਇੰਪੋਰਟੈਂਟ ਲੇਡੀ ਕੌਣ ਹੈ? ਦੀ ਵਾਈਫ ਹੀ ਹੈ ਜੀ ਫਿਲਹਾਲ ਤੇ। ਕੀ ਉਹਨਾਂ ਵਿੱਚ ਕੀ ਖਾਸੀਅਤ ਕੀ ਹੈ ਇਹਨਾਂ ਦੀ? ਇਹ ਸਾਰਾ ਹੈਲਪ ਕਰਦੀ ਹੈ ਜੀ, ਹਰ ਚੀਜ਼ ਤੇ ਹੈਲਪ ਕਰਦੀ ਹੈ। ਸੁੱਖ ਦੁੱਖ ਚ ਸਾਥੀ ਹੈ ਮੇਰੀ। ਹਾਂਜੀ, ਤੁਹਾਨੂੰ ਲੱਗਦਾ ਹੈ ਇਹਨਾਂ ਦੀ ਔਰਤਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਈਜ਼ੀ ਹੋਈ ਆ? ਨਹੀਂ ਈਜ਼ੀ ਹੈ ਜੀ, ਪਰ ਇੰਨੀ ਜ਼ਿਆਦਾ ਨਹੀਂ ਈਜ਼ੀ ਹੈਗੀ। ਈਜ਼ੀ ਜ਼ਰੂਰ ਹੈ ਪਰ ਇੰਨੀ ਜ਼ਿਆਦਾ ਨਹੀਂ ਹੈ। ਜ਼ਿਆਦਾ ਕਿਵੇਂ ਨਹੀਂ ਹੈ? ਮਤਲਬ ਕੰਮਕਾਰ ਜਿਸ ਤਰ੍ਹਾਂ ਹੁਣ ਕੰਮਕਾਰ ਕਰਦੀਆਂ ਨੇ, ਬੰਦਿਆਂ ਨੂੰ ਚਾਹੀਦਾ ਕਿ ਇਹਨਾਂ ਨਾਲ ਪੂਰਾ ਹੈਲਪ ਕਰਨੀ ਚਾਹੀਦੀ ਹੈ, ਨਾਲ समझना चाहिए उनको, इस तरह जी। ਤੁਸੀਂ ਕੀ ਕਹੋਗੇ? मैं तो कहती हूँ बेटर है लाइफ लेडीज़ की पहले से, जैसे हम अपना अकेले घूम सकती हैं, फिर सकती हैं, पर लोगों की जो मेंस की अभी भी जो एक सोच है वो नहीं बदली लेडीज़ के लिए। हम चाहते हैं कि हमें पूरी फ्रीडम मिले, पर कहीं ना कहीं मेंस की वो दखल अंदाजी कहीं ना कहीं आज भी पॉइंट कर रही है लेडीज़ को। पर पहले से बेटर है, हम लोग इंजॉय कर रहे हैं, अकेले घूम रहे हैं, किटियों में जा रहे हैं, पार्टीज़ कर रहे हैं, तो इतनी रोक टोक नहीं रह गई है। बिकॉज ऑफ कि लेडीज़ सेल्फ डिपेंड बहुत ज़्यादा 70-80% हो चुकी है लाइफ में। तो ਵਿਮਨਸ ਡੇ ਤੇ ਕੀ ਲੈ ਕੇ ਦਿਓਗੇ ਇਹਨਾਂ ਨੂੰ? वो मार्केट चल रहे हैं जी। खूब सारा प्यार, ਪਿਆਰ ਨਾਲ ਸਰ ਜੋ? बिल्कुल ਦੱਸ ਦਿਓ ਕੋਈ ਚੀਜ਼ ਚਾਹੀਦੀ? नहीं बिल्कुल सेटिस्फेक्शन है, पूरी घूमन जा रहे हैं जी, बस बच्चों को लेके घूमन जा रहे हैं बस मार्केट। बच्चे हमारे खुश हैं, एंजॉय कर रहे हैं, और क्या चाहिए। ਧੰਨਵਾਦ, ਥੈਂਕ ਯੂ। ਹੈਲੋ, ਵੀ ਆਰ ਓਕੇ, ਹਾਊ ਆਰ ਯੂ? फाइन फाइन, ਵਿਮਨਸ ਡੇ ਤੇ ਕੀ ਮੰਗਣਾ ਚਾਹੁੰਦੇ ਹੋ ਇਹਨਾਂ ਤੋਂ? कुछ भी नहीं, ਅਸੀਂ ਕੀ ਮੰਗਣਾ, ਅਸੀਂ ਕੁਝ ਨਹੀਂ ਮੰਗਣਾ ਚਾਹੁੰਦੇ, ਬਸ ਇਹ ਹੀ ਹੈ ਕਿ ਚਲੋ ਜਿਹੜੇ ਸਾਡੇ ਬੱਚੇ ਉਹ ਸੈੱਟ ਹੋ ਜਾਣ। ਬਸ ਮੈਨੂੰ ਤੇ ਬਸ ਇੱਕੋ ਹੀ ਤਮੰਨਾ ਹੁੰਦੀ ਹੈ ਕਿ ਮੇਰਾ ਬੇਟਾ ਸੈੱਟ ਹੋ ਜਾਏ, ਹੋਰ ਮੈਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਹੈ, ਕੋਈ ਉਮੀਦ ਨਹੀਂ, ਕੁਝ ਨਹੀਂ ਚਾਹੀਦਾ। ਇੱਦਾਂ ਔਰਤਾਂ ਐ ਕਿਉਂ ਹੁੰਦਾ? ਹਮੇਸ਼ਾ ਔਰਤਾਂ ਦੂਜਾ ਪਿੱਛੇ ਹੀ ਮੰਗਦੀਆਂ। ਤੁਸੀਂ ਵੀ ਮੰਗਿਆ ਤਾਂ ਮੇਰਾ ਬੇਟਾ ਸੈੱਟ ਹੋ ਜਾਏ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਕਿਉਂਕਿ ਆਪਣੀ ਤਾਂ ਆਪਾਂ ਲਾਈਫ ਨਿਕਾਲ ਹੀ ਲਈ ਆ, ਹੁਣ ਤੇ ਸਾਡੇ ਬੱਚੇ ਦੀ ਆ ਕੇ ਸਾਡਾ ਬੱਚਾ ਸੈੱਟ ਹੋ ਗਿਆ, ਸਾਡਾ ਆਉਣ ਵਾਲਾ ਫਿਊਚਰ ਸਹੀ ਹੋ ਜਾਏਗਾ। ਤੁਹਾਨੂੰ ਲੱਗਦਾ ਔਰਤਾਂ ਨੂੰ ਔਰਤਾਂ ਦੇ ਹੱਕ ਮਿਲ ਰਹੇ ਆ? ਉਹ ਤਾਂ ਸਭ ਕੁਝ ਹੀ ਮਿਲਦਾ ਜਦੋਂ ਮਾਪਿਓ ਵਿਆਹ ਦਿੰਦੇ ਨੇ, ਇੱਕ ਚੀਜ਼ ਵੇਖ ਕੇ ਵਿਆਹੁੰਦੇ ਆ ਕਿ ਨਹੀਂ ਵੀ ਅਗਲਾ ਘਰ-ਬਾਰ ਸਹੀ ਹੈ, ਠੀਕ ਹੈ ਨਾ, ਸਭ ਕੁਝ ਹੀ ਮਿਲਦਾ। ਉਹ ਤੇ ਹੁਣ ਔਰਤਾਂ ਉਹ ਜਿਹੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਨਹੀਂ ਜੀ ਸਾਨੂੰ ਇਹ ਚੀਜ਼ ਦੀ ਕਮੀ ਹੈ, ਉਹ ਚੀਜ਼ ਦੀ ਕਮੀ ਹੈ, ਕੋਈ ਐਸੀ ਨਹੀਂ ਹੁੰਦੀ। ਤੁਸੀਂ ਕੰਮ ਕਰਦੇ ਹੋ ਕਿ ਹਾਊਸ ਵਾਈਫ? ਹਾਊਸ ਕਿੰਨਾ ਪੜ੍ਹੇ ਲਿਖੇ ਹੋ? ਮੈਂ ਫਸਟ ਈਅਰ ਕੀਤੀ ਹੋਈ ਆ। ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਲੱਗਦਾ ਔਰਤਾਂ ਨੂੰ ਔਰਤਾਂ ਦੇ ਹੱਕ ਮਿਲਦੇ ਆ?
ਮਿਲਦੇ ਆ ਜੀ। ਜੇ ਔਰਤ ਬੰਦੇ ਦੇ ਨਾਲ, ਬੰਦਾ ਔਰਤ ਨੂੰ ਨਾਲ ਆਪਣਾ ਪਿਆਰ ਕਰੇ, ਨਾਲ ਉਹਦੇ ਨਾਲ ਟਾਈਮ ਨਿਕਾਲੇ। ਜਿਸ ਤਰ੍ਹਾਂ ਮੈਂ ਨਾਲ ਆਇਆ ਸੈਰ ਕਰਨ ਵਾਸਤੇ, ਜਿੱਥੇ ਵੀ ਆ ਜਾਂਦੇ ਮੇਰੇ ਨਾਲ ਜਾਂਦੇ ਆ। ਤੇ ਜੇ ਆਪਾਂ ਉਹਨਾਂ ਨੂੰ ਔਰਤਾਂ ਵਕਨ ਰੱਖਾਂਗੇ, ਆਪਣਾ ਸਮਝ ਕੇ ਰੱਖਾਂਗੇ, ਫਿਰ ਹੀ ਉਹ ਸਾਡੇ ਨਾਲ ਚੰਗਾ ਬਿਹੇਵ ਕਰਨਗੀਆਂ। ਜੇ ਆਪਾਂ ਉਹਨਾਂ ਨੂੰ ਰੱਖਾਂਗੇ ਨਹੀਂ, ਹੈ ਬਸ ਵਿਆਹ ਕੇ ਲੈਣ ਦੀ ਹੈ, ਘਰ ਰੱਖਣ ਵਾਲੀ ਚੀਜ਼ ਹੈ। ਆਪਾਂ ਜਿੱਥੇ ਜਾਣਾ ਬੰਦੇ ਨੇ ਜਾਣਾ, ਵਿਆਹ 'ਤੇ ਵੀ ਬੰਦੇ ਨੇ ਜਾਣਾ, ਮੁੰਡਿਆਂ ਨਾਲ ਬੰਦੇ ਨੇ ਜਾਣਾ। ਕਿ ਉਹਨਾਂ ਨੂੰ ਆਪਾਂ ਇਗਨੋਰ ਕਰਾਂਗੇ ਤੇ ਫਿਰ ਝਗੜਾ ਹੀ ਹੋਏਗਾ। ਦੋਨੇ ਹਰ ਰੋਜ਼ ਇਕੱਠੇ ਸੈਰ? ਹਾਂ, ਰੋਜ਼ ਹੀ ਸੈਰ ਕਰਦੇ ਹਾਂ। ਤੁਸੀਂ ਵੀ ਆਓ, ਇੱਧਰ ਆਓ। ਇਹ ਤਾਂ ਕਹਿੰਦੇ ਮੈਨੂੰ ਕੁਝ ਨਹੀਂ ਚਾਹੀਦਾ। ਨਹੀਂ, ਇਹ ਮੇਰੇ ਨਾਲ ਜਿੱਥੇ ਵੀ ਮੈਂ ਸਬਜ਼ੀ ਲੈਣ ਵੀ ਜਾਣੀ ਹੈ ਤੇ ਮੇਰਾ ਨਾਲ ਜਾਣਾ, ਫਲ ਲੈਣ ਜਾਣੇ ਨਾਲ ਜਾਣਾ, ਕੱਪੜਾ ਲੈਣ ਜਾਣਾ, ਬੱਚਿਆਂ ਦੀ ਕੋਈ ਚੀਜ਼ ਲੈਣੀ, ਘਰ ਦੀ ਕੋਈ ਚੀਜ਼ ਲੈਣੀ, ਮੈਂ ਇਹਨਾਂ ਤੋਂ ਬਗੈਰ ਨਹੀਂ ਜਾਂਦਾ। ਮੈਂ ਇਹਨਾਂ ਕਹਿੰਦਾ ਤੁਸੀਂ ਨਾਲ ਚਲੋ, ਇਹਨਾਂ ਕਹਿੰਦਾ ਨਹੀਂ ਜਾਣਾ, ਮੈਂ ਕਹਿੰਦਾ ਨਹੀਂ, ਮੈਂ ਵੀ ਨਹੀਂ ਜਾਣਾ। ਮੈਂ ਇਹਨਾਂ ਤੋਂ ਬਗੈਰ ਜਾਂਦਾ ਹੀ ਕਿਤੇ ਨਹੀਂ। ਕਹਿੰਦੇ ਜੀਵਨ ਸਾਥੀ ਚੰਗਾ ਮਿਲ ਜੇ ਤਾਂ ਜ਼ਿੰਦਗੀ ਸੌਖੀ ਹੋ ਜਾਂਦੀ ਹੈ। ਬਿਲਕੁਲ ਸਭ ਕੁਝ ਸਹੀ ਮਿਲ ਜਾਂਦਾ। ਫਿਰ ਬਸ ਹੁਣ ਤਾਂ ਇੱਕੋ ਹੀ ਡਿਮਾਂਡ ਹੈ, ਜਦੋਂ ਵੀ ਆਪਾਂ ਲੋਕ ਇੱਥੇ ਆਉਂਦੇ ਹਾਂ, ਜਿੰਨੀ ਦੇਰ ਵੀ ਗੱਲ ਕਰਦੇ ਹਾਂ, ਬੇਟੇ ਦੀ ਉਹ ਗੱਲ ਹੁੰਦੀ ਹੈ, ਕਿਉਂਕਿ ਬੇਟਾ ਇਸ ਵੇਲੇ ਉਸ ਮੁਕਾਮ 'ਤੇ ਖਲੋਤਾ ਹੈ। ਅੱਗੇ ਜਾਂ ਪਿੱਛੇ ਬਸ ਇਹੀ ਹੈ, ਬਾਬਾ ਜੀ ਉਹਨੂੰ ਉਹਦੇ ਪੈਰਾਂ 'ਤੇ ਸਟੈਂਡ ਕਰਨ। ਕਰਦਾ ਬੇਟਾ ਤੁਹਾਡਾ? ਬੇਟਾ +1 'ਚ ਹੈ। ਬੇਟੇ ਦੇ ਕੁਝ ਸੁਪਨੇ ਹੈ ਕਿ ਨਹੀਂ ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋਣਾ ਹੈ। ਬੇਟਾ ਆਊਟ ਆਫ ਕੰਟਰੀ ਸੈਟਲ ਹੋਣਾ ਚਾਹੁੰਦਾ ਸਟੱਡੀ ਬੇਸ ਦੇ ਉੱਤੇ। ਹੋਰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਹੈ। ਬਾਬਾ ਜੀ ਦਾ ਦਿੱਤਾ ਸਭ ਕੁਝ ਹੈਗਾ। ਸਿਰਫ ਹੁਣ ਇੱਕੋ ਹੀ ਖੁਆਇਸ਼ ਹੈ ਬਾਬਾ ਜੀ ਦੇ ਅੱਗੇ। ਬਾਬਾ ਜੀ ਨੇ ਜਿਸ ਤਰ੍ਹਾਂ 2 ਜੀ ਮੇਰੀ ਝੋਲੀ ਪਾਏ ਆ, ਮੈਨੂੰ ਮਾਂ ਕਹਿਣ ਦਾ ਹੱਕ ਦਿੱਤਾ, ਮੇਰੇ ਬੇਟੇ ਨੇ ਮੈਨੂੰ ਮਾਂ ਕਿਹਾ। ਉਸ ਹੀ ਅੱਜ ਨੂੰ ਮੇਰਾ ਬੇਟਾ ਸੈੱਟ ਹੋ ਜਾਏ, ਜਦੋਂ ਮੈਂ ਤੁਰੀ ਜਾਵਾਂ ਲੋਕੀ ਕਹਿਣ ਕਿ ਉਹ ਦੇਖੋ ਨੋਨੂ ਦੀ ਮੰਮਾ ਤੁਰੀ ਜਾਂਦੀ ਹੈ। ਬਸ ਹੋਰ ਕਿਸੇ ਚੀਜ਼ ਦੀ ਕੋਈ ਵੀ ਇੱਛਾ ਨਹੀਂ ਹੈਗੀ ਹੁਣ ਮਨ ਦੇ ਵਿੱਚ। ਬੇਟੇ ਦੇ ਸੁਪਨੇ ਮੇਰੇ ਸੁਪਨੇ। ਬਿਲਕੁਲ। ਧੰਨਵਾਦ ਜੀ। ਥੈਂਕ ਯੂ। ਹੈਲੋ, ਵਿਮਨਸ ਡੇ ਤੇ ਮੈਂ ਪੁੱਛਣਾ ਚਾਹੁੰਦੀ ਹਾਂ ਤੁਹਾਡੀ ਲਾਈਫ 'ਚ ਸਭ ਤੋਂ ਇੰਪੋਰਟੈਂਟ ਵਿਮਨ ਕੌਣ? अपनी मदर ही है सबसे इम्पोर्टेंट वुमेन तो, बिकॉज थ्रू आउट द लाइफ दे सपोर्ट अस, दैट्स वाई दे आर रियली इम्पोर्टेंट टू अस, आर मदर्स। एंड लाइक वुमेन की रिस्पेक्ट करनी वही सिखाते हैं हमसे सबसे पहले, क्योंकि सबसे पहले इंटरेक्शन वुमेन के बारे में अपनी मदर के साथ ही होती है। दैट्स वाई उनसे हमें बहुत कुछ सीखने को मिलता है। ਲਾਸਟ ਟਾਈਮ ਆਪਣੀ ਮਦਰ ਨੂੰ ਕਦੋਂ ਦੱਸਿਆ ਸੀ ਕਿ ਉਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ? मैं रोज़ ही दसता हूँ मतलब ये चीज़ कि शी इज़ रियली इम्पोर्टेंट टू मी, तो दैट्स ऑल। ਕੀ ਲੈ ਕੇ ਦਿੱਤਾ ਸੀ ਆਪਣੇ ਮੰਮਾ ਨੂੰ ਲਾਸਟ? लास्ट मैंने स्मार्ट वॉच लेके दी है, सो दैट शी कैन बी हेल्दी एंड ट्रैक हर रूटीन कि कितने स्टेप्स वो चल रहे हैं डेली, दैट्स ऑल। ਤੁਹਾਨੂੰ ਲੱਗਦਾ ਵਿਮਨ ਦੀ ਲਾਈਫ ਚੇਂਜ ਹੋਈ ਹੈ, ਯੂ ਬੀइंग ਅ ਯੰਗਸਟਰ? ਤੁਹਾਨੂੰ ਕੀ ਲੱਗਦਾ? आई पर्सनली फील कि इन दिस पार्ट ऑफ आर कंट्री इतनी चेंज नहीं हुई बिकॉज ऑफ लाइक आर कल्चर की बैकवर्ड मेंटेलिटी है लोगों की आज भी। बाकी जगहों पे जो मेट्रो सिटीज़ है वहाँ पे काफ़ी चेंज हुई है, क्योंकि वुमेन आजकल वर्क कर रही है बाहर जाके। तो ਕੀ ਚੇਂजेस ਚਾਹੀਦੀਆਂ ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਹੋਣਗੇ? चेंजेस जो चाहिए वो ये चाहिए कि वुमेन को सपोर्ट करना चाहिए एजुकेशन के थ्रू। एक मतलब हमें उनका साथ देना चाहिए हर एक चीज़ में, रादर देन कि उनको रोकना किसी चीज़ के लिए, एजुकेशन से रोकना, फिर बाहर निकलने से रोकना घर से। और हाउस होल्ड चीज़ों के लिए नहीं होनी चाहिए वुमेन्स, उनको फ्रीडम होनी चाहिए, अपनी फ्रीडम ऑफ स्पीच भी होनी चाहिए, और अपना लाइफ भी कैरी करने की फ्रीडम होनी चाहिए। ਤਾਂ ਕੀ ਲੈ ਕੇ ਦੇ ਰਹੇ ਹੋ ਵਿਮਨ ਡੇ ਤੇ ਆਪਣੇ ਮੰਮਾ ਨੂੰ? वीमेन डे पे अभी तो आई हैव नॉट प्लान्ड एनीथिंग, बट आई विल सून प्लान समथिंग आउट। ਸਿਕਲ ਬੇਟਾ। ਮੈਂ ਵਿਮਨਸ ਡੇ ਤੇ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਲੱਗਦਾ ਹੈ ਔਰਤਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਸੌਖੀ ਹੋਈ ਆ? ਕਹਿ ਨਹੀਂ ਸਕਦੇ ਐਗਜ਼ੈਕਟਲੀ ਕਿ ਸੌਖੀ ਹੋਈ ਹੈ, ਕਿਉਂਕਿ ਹੁਣ ਡਿਊਲ ਜੌਬਸ ਹੋ ਗਈਆਂ ਉਹਨਾਂ ਦੀਆਂ, ਇੱਕ ਘਰ ਦਾ ਵੀ ਸੰਭਾਲਣਾ ਤੇ ਬਾਹਰ ਦਾ ਵੀ ਸੰਭਾਲਣਾ। ਲੱਗਦਾ ਨਹੀਂ ਹੈ ਕਿ ਈਜ਼ੀ ਹੈ, ਕਿਉਂਕਿ ਜਦੋਂ ਵੀ ਆਪਾਂ ਫੇਜ਼ ਚੇਂਜ ਦੇ ਵਿੱਚ ਆਉਂਦੇ ਹਾਂ ਨਾ, ਉਹ ਜਿਹੜਾ ਸਟਾਰਟਿੰਗ ਫੇਜ਼ ਦੇ ਚੇਂਜ ਹੁੰਦਾ ਨਾ, ਉਦੋਂ ਸਾਨੂੰ ਡਬਲ ਪੁਸ਼ ਕਰਨਾ ਪੈਂਦਾ, ਉਹ ਸ਼ਾਇਦ ਕਰਨਾ ਪੈ ਰਿਹਾ ਉਹਨਾਂ ਨੂੰ। ਅਗਲੀ ਇੱਕ ਗੱਲ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਕੁਐਲਿਟੀ ਦੀ ਗੱਲ ਹੁੰਦੀ ਹੈ। ਜੇ ਆਪਾਂ ਵੈਸੇ ਦਿਹਾੜੀਦਾਰ ਦੀ ਗੱਲ ਕਰੀਏ, ਬੰਦਿਆਂ ਨੂੰ ਦਿਹਾੜੀ ਦਾ ਜਿਵੇਂ 400 ਕੁਛ ਰੁਪਈਆ ਮਿਲਦਾ ਤੇ ਬੀਬੀਆਂ ਨੂੰ 150 ਤੋਂ 200 ਰੁਪਈਆ ਮਿਲਦਾ, ਕੰਮ ਓਨਾ ਹੀ ਕਰਨ, ਓਨੇ ਹੀ ਘੰਟੇ ਲਾਉਣ, ਫਿਰ ਵੀ ਪੈਸੇ ਨਹੀਂ ਬਰਾਬਰ ਮਿਲਦੇ। ਇਕੁਐਲਿਟੀ ਦੀ ਬੇਟਾ ਮੈਨੂੰ ਨਹੀਂ ਸਮਝ ਕਿ ਇਕੁਐਲਿਟੀ ਕਿਸ ਪੁਆਇੰਟ ਆਫ ਵਿਊ ਨਾਲ ਕਹਿ ਰਹੇ ਹੋ। ਅਗਰ ਮੈਂ ਇਹ ਸਮਝਦਾ ਕਿ ਇਕੁਐਲਿਟੀ ਅਗਰ ਲੇਬਰ ਦੇ ਪੁਆਇੰਟ ਆਫ ਵਿਊ ਨਾਲ ਤਾਂ ਫਿਰ ਸੇਮ ਹੀ ਹੋਣੀ ਚਾਹੀਦੀ ਹੈ। ਅਗਰ ਉਹ ਸਕਿਲਡ ਨਹੀਂ ਹੈਗੇ ਤੇ, ਅਗਰ ਸਕਿਲਡ ਹੈਗੇ ਆ ਦੈਟ ਡਿਪੈਂਡਸ ਕਿ ਉਹਨਾਂ ਦੇ ਸਕਿਲਸ ਦੇ ਉੱਤੇ ਰੇਟ ਹੋਣਾ ਚਾਹੀਦਾ, ਬਸ ਦੈਟਸ ਆਲ। ਇਕੁਐਲਿਟੀ ਜੇ ਅਗਰ ਸੇਮ ਜੌਬ ਕਰ ਰਿਹਾ ਔਰ ਸੇਮ ਲੇਬਰ ਕਰ ਰਿਹਾ ਤਾਂ ਫਿਰ ਤਾਂ ਸੇਮ ਹੀ ਹੋਣੀ ਚਾਹੀਦੀ ਹੈ। ਜੇ ਆਪਾਂ ਵੈਸੇ ਗੱਲ ਕਰੀਏ ਕਿ ਜਿਵੇਂ ਹੱਕਾਂ ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਹੈ ਕਿਹੜੇ ਕਿਹੜੇ ਹੱਕ ਨਹੀਂ ਮਿਲੇ ਬੀਬੀਆਂ ਨੂੰ ਪਰ ਮਿਲਣੇ ਬਹੁਤ ਜ਼ਰੂਰੀ ਸੀ?
ਮੇਰਾ ਪੁਆਇੰਟ ਆਫ ਵਿਊ ਬਹੁਤ ਡਿਫਰੈਂਟ ਹੈ। ਮੈਂ ਕਹਿੰਦਾ ਕਿ ਲੇਡੀਜ਼ ਜਿਹੜੀਆਂ ਹੈਗੀਆਂ ਨਾ, ਮੇਰੀ ਕਈ ਵਾਰੀ ਆਪਣੀ ਮਿਸਿਸ ਨਾਲ ਵੀ ਡਿਸਕਸ਼ਨ ਹੁੰਦੀ ਹੈ। ਮੈਂ ਉਹਨਾਂ ਨੂੰ ਕਹਿੰਦਾ ਕਿ ਮੇਰੇ ਵੱਲੋਂ ਮੇਰਾ ਪੁਆਇੰਟ ਆਫ ਵਿਊ ਇਹ ਹੈ ਕਿ ਮੈਂ ਸਮਝਦਾ ਕਿ ਲੇਡੀਜ਼ ਬੀਇੰਗ ਅ ਲੇਡੀ ਜਿਹੜਾ ਹੈ ਨਾ, ਸਭ ਨਾਲੋਂ ਇੰਪੋਰਟੈਂਟ ਚੀਜ਼ ਸੀ ਕਿ ਉਹਨਾਂ ਨੂੰ ਇਹ ਰਿਅਲਾਈਜ਼ ਹੋਣਾ ਕਿ ਅਸੀਂ ਬਹੁਤ ਪਾਵਰਫੁਲ ਔਰ ਅਸੀਂ ਇਟਸੈਲਫ ਬੀਇੰਗ ਅ ਲੇਡੀ ਬਹੁਤ ਪਾਵਰਫੁਲ ਆ। ਹੁਣ ਜਿਹੜੀ ਉਹ ਉਹਨਾਂ 'ਤੇ ਇੰਨਾ ਜ਼ਿਆਦਾ ਉਹ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ਔਰ ਇੰਨਾ ਜ਼ਿਆਦਾ ਸੀਗਾ ਪੁਸ਼ ਕਿ ਉਹਨਾਂ ਨੂੰ ਲੱਗਾ ਕਿ ਨਹੀਂ, ਆਪਾਂ ਬੀਇੰਗ ਅ ਵੂਮਨ ਕੋਈ ਇੰਨੀ ਗ੍ਰੇਟ ਚੀਜ਼ ਨਹੀਂ ਹੈਗੀ, ਸਾਨੂੰ ਬੀਇੰਗ ਅ ਵੂਮਨ ਇਕੁਅਲ ਟੂ ਮੈਨ ਹੋਣਾ ਚਾਹੀਦਾ। ਜਦ ਕਿ ਮੈਂ ਸਮਝਦਾ ਇੱਕ ਇੰਡੀਵਿਜੂਅਲਿਟੀ ਬਹੁਤ ਹੀ ਇੰਪੋਰਟੈਂਟ ਹਿੱਸਾ ਹੈਗੀ ਉਹਦੀ। ਉਹ ਇਟਸੈਲਫ ਵੀ ਇੰਨੀ ਪਾਵਰਫੁਲ ਨੇ ਕਿ ਉਹਨਾਂ ਨੂੰ ਮੈਨ ਨਾਲ ਕੰਪੇਅਰ ਕਰਨ ਦੀ ਜ਼ਰੂਰਤ ਨਹੀਂ ਹੈਗੀ। ਅਗਰ ਉਹ ਕੰਪੇਅਰ ਕਰਦੇ ਹੋ ਤਾਂ ਫਿਰ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹੜੀਆਂ ਕੰਪੈਰੀਜ਼ਨ ਵਿੱਚ ਆ ਜਾਂਦੀਆਂ, ਜਿਹੜੀਆਂ ਕਿ ਨਹੀਂ ਰਿਕੁਆਇਰਡ ਹੈਗੀਆਂ। ਅੰਕਲ ਤੁਹਾਡੀ ਲਾਈਫ 'ਚ ਸਭ ਤੋਂ ਇੰਪੋਰਟੈਂਟ ਲੇਡੀ ਕੌਣ ਹੈ? ਮਦਰ। ਹਰ ਇੱਕ ਦੀ ਇਨਸਾਨ ਦੀ ਲਾਈਫ 'ਚ ਮਦਰ ਹੀ ਹੁੰਦੇ। ਉਹਨਾਂ ਨੂੰ ਲਾਸਟ ਟਾਈਮ ਤੁਸੀਂ ਕਦੋਂ ਕਿਹਾ ਸੀ ਕਿ ਮਾਂ ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ ਜਾਂ ਤੁਸੀਂ ਮੇਰੀ ਲਾਈਫ 'ਚ ਇੰਨਾ ਮੈਟਰ ਕਰਦੇ? ਮੈਂ ਘਰ ਦਾ ਛੋਟਾ ਵਾਂ ਅਤੇ ਛੋਟੇ ਹਮੇਸ਼ਾ ਮਦਰਸ ਬੋਏ ਹੁੰਦੇ ਆ, ਅਤੇ ਮੈਨੂੰ ਲੱਗਦਾ ਕਿ ਉਹ ਫੀਲ ਕਰ ਹੀ ਲੈਂਦੇ ਆ। ਮੈਂ ਸ਼ਾਇਦ ਮੇਰੀ ਦਾੜੀ ਤੋਂ ਲੱਗ ਰਿਹਾ ਹੋਵੇਗਾ, ਬਟ ਸਟਿਲ ਸ਼ੀ ਕੈਨ ਫੀਲ ਕਿ ਮੈਂ ਉਹਨਾਂ ਨੂੰ ਲਾਈਕ ਮਾਈ ਸਨ ਇਜ਼ ਮੈਨੂੰ ਬਹੁਤ ਪਿਆਰ ਕਰਦਾ। ਪਰ ਤੁਸੀਂ ਕਦੇ ਦੱਸਿਆ ਨਹੀਂ? ਕਹਿ ਸਕਦੇ ਹਾਂ ਕਿ ਮੈਂ ਐਜ਼ ਇਟ ਇਜ਼ ਨਹੀਂ ਕਦੀ ਦੱਸਿਆ, ਪਰ ਜਦੋਂ ਵੀ ਹੁਣ ਉਹ ਇਸ ਟਾਈਮ ਚੰਡੀਗੜ੍ਹ ਹੈ ਅਤੇ ਮੈਨੂੰ ਜਦੋਂ ਵੀ ਕਾਲ ਆਉਂਦੀ ਹੈ ਅਤੇ ਡੇਲੀ ਕਾਲ ਹੁੰਦੀ ਹੈ ਅਤੇ ਕਹਿੰਦੇ ਕੀ ਕਰ ਰਹੇ ਹੋ, ਮੈਂ ਕਿਹਾ ਮੌਜਾਂ ਕਰ ਰਿਹਾ ਤੁਹਾਡੇ ਰਾਜ। ਤਾਂ ਇਟ ਮੀਨਸ ਥੋੜ੍ਹੀ ਇੰਡੀਕੇਸ਼ਨ ਮੈਂ ਜ਼ਰੂਰ ਦੇ ਦਿੰਦਾ। ਉਹ ਕਹਿੰਦੇ ਮੌਜਾਂ ਕਰ ਰਹੇ ਜੇ, ਮੈਂ ਕਿਹਾ ਮਾਵਾਂ ਦੇ ਰਾਜ 'ਚ ਹੀ ਤਾਂ ਮੌਜਾਂ ਕਰੀ ਦੀਆਂ। ਇਹ ਮੈਂ ਆਪਣੀ ਤੁਹਾਨੂੰ ਡੇਲੀ ਰੂਟੀਨ ਦੀ ਦੱਸ ਰਿਹਾ, ਕਿਉਂਕਿ ਚੰਡੀਗੜ੍ਹ ਆ, ਮੈਂ ਕਾਲ ਕਰਦਾ ਡੇਲੀ ਅਤੇ ਉਹ ਇਹੋ ਹੀ ਚੀਜ਼ ਹੁੰਦੀ, ਡੇਲੀ ਮੈਂ ਇਹੋ ਹੀ ਆਨਸਰ ਦੇਣਾ ਕਿ ਮੌਜਾਂ ਕਰ ਰਿਹਾ ਤੁਹਾਡੇ ਰਾਜ। ਤਾਂ ਅੱਜ ਉਹਨਾਂ ਨੂੰ ਕਹੋਗੇ ਘਰੇ ਜਾ ਕੇ ਕਿ ਮੈਂ ਤੁਹਾਡਾ ਕਿੰਨਾ ਕਰਦਾ? ਕਹਿ ਦਾਂਗਾ ਮੈਂ। ਇਹਦਾ ਕੋਈ ਇੰਨਾ ਵੱਡਾ ਨਹੀਂ ਹੈ। ਚੈਨਲ ਤੇ ਹੀ ਦੱਸ ਦਿਓ ਜੇ ਸਾਡਾ ਦੇਖ ਰਹੇ ਹੋਏ ਤਾਂ ਉਹਨਾਂ ਨੂੰ। ਕਿਹੜਾ ਚੈਨਲ ਹੈ ਤੁਹਾਡਾ? ਸਾਡਾ ਪ੍ਰੋ ਪੰਜਾਬ ਟੀਵੀ। ਪੰਜਾਬ ਟੀਵੀ। ਮੰਮੀ ਆਈ ਲਵ ਯੂ। ਇਹ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ, ਪਰ ਇਹ ਬੇਟੀ ਕਹਿ ਰਹੀ ਹੈ ਅਤੇ ਮੈਂ ਇਹਨਾਂ ਦੇ ਕਹਿਣ ਦੇ ਉੱਤੇ ਕਹਿ ਰਿਹਾ ਵਾਂ ਕਿ ਤੁਸੀਂ ਜਾਣਦੇ ਹੀ ਹੋ। ਧੰਨਵਾਦ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ ਜੀ। ਅੰਕਲ ਵੂਮੈਨਸ ਡੇ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਤੁਹਾਡੀ ਲਾਈਫ 'ਚ ਸਭ ਤੋਂ ਇੰਪੋਰਟੈਂਟ ਔਰਤ ਕੌਣ ਨੇ? ਆਪਣੀ ਵਾਈਫ ਵੀ ਆ, ਮਾਤਾ ਵੀ ਆ, ਬੇਟੇ ਵੀ ਆ। ਤਿੰਨ ਜਣੇ ਤੁਹਾਡੇ ਕੋਲ? ਹਾਂਜੀ, ਤਿੰਨੇ ਹੀ ਆ। ਨਹੀਂ, ਆਪਣੇ ਵਾਈਫ ਤੇ ਮਦਰ ਤੇ ਪੂਰੇ ਹੋ ਗਏ ਆ, ਵਾਈਫ ਆ, ਬੇਟੀ ਆ। ਤੇ ਵਾਈਫ ਤੇ ਬੇਟੀ ਨੂੰ ਹੁਣ ਵੂਮੈਨਸ ਡੇ ਤੇ ਜੇ ਕੁਝ ਲੈ ਕੇ ਦੇਣਾ ਹੋਵੇ, ਕੀ ਲੈ ਕੇ ਦਿਓਗੇ? ਉਹਨਾਂ ਦੀ ਮੰਗ ਹੈ, ਜੋ ਕਹਿਣਗੇ ਜੋ ਉਹਨਾਂ ਨੂੰ ਲੈਣਾ ਪੈਣਾ, ਲੈ ਕੇ ਦੇਣਾ ਪੈਣਾ। ਉਹ ਤੁਹਾਡੀ ਲਾਈਫ 'ਚ ਇੰਨੇ ਖਾਸ ਕਿਉਂ ਹੈ? ਉਹਨਾਂ ਦੀ ਕੋਈ ਖਾਸੀਅਤ ਦੱਸੋ। ਖਾਸੀਅਤ ਉਹਨਾਂ ਪਿੱਛੇ ਹੀ ਹੈ, ਉਹਨਾਂ ਪਿੱਛੇ ਕਰਨਾ, ਜੋ ਕੁਝ ਕਰਨਾ, ਕਾਰੋਬਾਰ ਵੀ ਕਰਨਾ ਉਹਨਾਂ ਪਿੱਛੇ ਕਰਨਾ, ਉਹਨਾਂ ਦੀ ਜ਼ਰੂਰਤ ਪਿੱਛੇ ਕਰਨਾ। ਤੇ ਉਹਨਾਂ ਦਾ ਔਰਤਾਂ ਨੂੰ ਉਹਨਾਂ ਦੇ ਹੱਕ ਮਿਲ ਰਹੇ ਆ? ਹਾਂਜੀ, ਪੂਰੇ। ਅੱਜ ਉਹ ਮੋਢੇ ਨਾਲ ਮੋਢਾ ਖੜਾ ਹੋ ਕੇ ਕੰਮ ਕਰ ਰਹੀਆਂ, ਇਹੋ ਜਿਹੀ ਲਾਈਫ ਹੈ ਉਹਨਾਂ ਦੀ, ਔਰ ਆਪਣੀ ਮਰਜ਼ੀ ਦੀ ਜ਼ਿੰਦਗੀ ਜੀ ਰਹੇ। ਹੋਰ ਠੀਕ ਹੈ। ਬਸ ਪਹਿਲਾਂ ਵਾਲੇ ਵੇਲਿਆਂ ਨਾਲੋਂ ਅੱਜ ਵੇਲੇ ਪਿਛਲੇ ਵੇਲਿਆਂ ਨਾਲ ਹੁਣ ਵੇਲੇ ਬਹੁਤ ਬਦਲ ਗਏ ਆ। ਕਿ ਪਹਿਲਾਂ ਵਾਲੇ ਟਾਈਮ 'ਚ ਔਰਤ ਬਾਹਰ ਨਹੀਂ ਨਿਕਲ ਸਕਦੀ ਸੀ ਜਾਂ ਚੁੱਲ੍ਹੇ ਚੌਂਕੇ ਤੱਕ ਸੀਮਤ ਰਹਿੰਦੀ ਸੀ। ਹੁਣ ਤੇ ਕਾਰੋਬਾਰ ਦੇ ਵਿੱਚ ਪੂਰਾ ਹਿੱਸੇਦਾਰ ਹੈ, ਕਾਰੋਬਾਰ ਵੀ ਕਰ ਰਹੇ ਆ, ਦੁਕਾਨਾਂ ਤੇ ਕੰਮ भी कर रही हैं औरतें ही। धन्यवाद भैया जी। महिला दिवस पे मैं आपसे पूछना चाहती हूँ, औरतों को उनके हक मिल रहे हैं? महिला दिवस पर महिला का हक जब मिलेगा कि जब हमारी सरकार सही होगी। ठीक है, सरकार सही होगी तो महिला दिवस का भी जो है मान सम्मान होगा, महिलाओं को मान सम्मान मिलेगा। उस लायक अगर सरकार आएगी फिर, नहीं तो उसका कोई नहीं मतलब, महिला दिवस का कोई मतलब नहीं है। हाँ, औरतों को कौन कौन से हक चाहिए? औरतों को बस उनको जो है, जैसे रास्ते में लड़कियां हैं पढ़ने जाती हैं, उनको सुरक्षा चाहिए। तो जो है कॉलेज जाते हैं, छेड़खानी में कोई छेड़खानी ना हो, कहीं से टूरिस्ट आते हैं उनके देखभाल के लिए सुरक्षा कायम होनी चाहिए। तो यही सब है औरतों के लिए, और क्या है। आपकी ज़िंदगी में सबसे नज़दीक औरत कौन है? ज़िंदगी में हमारी सारी औरतें हैं, वो थोड़ी उनका मतलब कर्म जो है महान है औरतों का। औरतें जैसे जैसे कर्म अपना करती हैं, मैं तो हमारे घर वाली है तो वो है जो हमारे साथ जुड़ी हुई है। बाकी सभी औरतों को मान सम्मान मिलना चाहिए ना, एक को थोड़ी मिलने से जो सरकार सही होनी चाहिए, सबका देखभाल करना चाहिए।
हाँ सबको, फिर जो महिला दिवस का कोई लाभ। आपकी बीबी क्या करती हैं? हमारी बीवी घर में है, सिलाई उलाई थोड़ा बहुत करती हैं। तो आप उनके साथ ऐसे तो नहीं कि हाँ जैसे कि मर्द प्रधान समाज है तो अपनी चलाते हो और उनकी ना सुनते हो? नहीं नहीं, सुनने को तो सुनेंगे, जो सुनने लायक बात रहेगी वो सुनेंगे। जैसे जिन्होंने हमें जन्म दिया है, माँ बाप जन्म दिए हैं, माता ने हमारी जन्म दी है, बाप ने हमको पाला है इतना बड़ा, तो सिर्फ औरतें ही का थोड़ी सुनेंगे। मतलब जो सुनने लायक बात होगी वो सुनेंगे हम, ठीक है। बाकी सारी बातें नहीं सुन सकते औरतें की। जैसे घर में कोई खंडन करने वाली बात हो, कोई जो है अलग करने वाली बात है, वो नहीं हम सहन कर सकते हैं। हम सोचते हैं कि सारा जो है सारे हिंदुस्तान की औरतों को मान सम्मान मिले, हक मिले, हर एक का घर जो है खुशी से जुड़ा रहे, यही हम कहना चाहते हैं। ਤਾਂ ਇਹ ਸੀ ਮਹਿਲਾ ਦਿਵਸ ਤੇ ਸਾਡੀ ਖਾਸ ਰਿਪੋਰਟ। ਕੈਮਰਾਮੈਨ ਮਨਪ੍ਰੀਤ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।